ਤੁਹਾਡੇ ਸਾਰਿਆਂ ਦੇ ਕੋਲ ਹੈਂਡ ਆਊਟਸ ਆ। ਕੁਛ ਇੱਕ ਹਿੱਸੇ ਅਸੀਂ ਇਹਨਾਂ ਦੇ ਵਿੱਚੋਂ ਦੇਖਾਂਗੇ, ਕੁਛ ਇੱਕ ਹਿੱਸੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ, ਬਾਈਬਲ ਦੇ ਵਿੱਚੋਂ ਦੇਖਾਂਗੇ। ਔਰ ਅਸੀਂ ਅੱਜ ਦੇ ਪ੍ਰਭੂ ਦੇ ਵਚਨ ਦੇ ਵਿੱਚ ਪ੍ਰਭੂ ਦੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੇ ਬਾਰੇ ਦੇਖਾਂਗੇ। ਪਰ ਲੈਟ ਅਸ ਪ੍ਰੇ, ਆਓ ਦੁਆ ਕਰੀਏ ਔਰ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ ਦਈਏ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ ਔਰ ਤੇਰੇ ਇਸ ਰਹਿਮ ਦੇ ਲਈ ਕਿ ਤੂੰ ਸਾਡੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਔਰ ਇਸ ਦੇ ਪਿੱਛੇ ਇੱਕ ਕਾਰਨ ਆ, ਇਸ ਦੇ ਪਿੱਛੇ ਇੱਕ ਮਕਸਦ ਆ, ਇਸ ਦੇ ਪਿੱਛੇ ਇੱਕ ਕੰਮ ਆ, ਇਸ ਦੇ ਵਿੱਚ ਇੱਕ ਮੁਕਤੀ ਆ, ਇਸ ਦੇ ਵਿੱਚ ਇੱਕ ਮਹਾਨਤਾ ਆ ਜੋ ਸਾਡੇ ਲਈ ਆ। ਇਸ ਵਚਨ ਦੇ ਉੱਤੇ ਪ੍ਰਭੂ ਜੀ ਤੂੰ ਆਪਣੀ ਕਿਰਪਾ ਪਾਈ ਔਰ ਜੋ ਜਿੱਥੇ ਜਿੱਥੇ ਸਾਡੀ ਜ਼ਿੰਦਗੀ ਦੇ ਵਿੱਚ ਮੌਤ ਛੁਪੀ ਆ, ਉਸ ਥਾਂ ਨੂੰ ਤੂੰ ਜ਼ਿੰਦਗੀ ਦੇਈ। ਛੁਟਕਾਰਾ ਦੇਈ, ਸਾਡੀਆਂ ਜੰਜੀਰਾਂ ਨੂੰ ਤੋੜੀ ਔਰ ਸਾਨੂੰ ਸਾਡੀਆਂ ਕਬਰਾਂ ਤੋਂ ਆਜ਼ਾਦ ਕਰੀ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ। ਸਾਡੀ ਦੁਆ ਨੂੰ ਸੁਣ ਔਰ ਕਬੂਲ ਕਰ। ਆਮੀਨ। ਪ੍ਰਭੂ ਦਾ ਸ਼ੁਕਰ ਕਰਦੇ ਹਾਂ। ਅੱਜ ਦਾ ਦਿਨ ਬੜਾ ਮਹਾਨ ਦਿਨ ਆ, ਜਿਸ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਇਹ ਸ਼ਬਦ ਲਿਖੇ ਗਏ ਕਿ ਪਰ ਹੁਣ ਬਹੁਤ ਸਾਰੀਆਂ ਕੌਮਾਂ ਉਸ ਨੂੰ ਦੇਖ ਕੇ ਦੰਗ ਰਹਿ ਜਾਣਗੀਆਂ ਅਤੇ ਹੈਰਾਨਗੀ ਦੇ ਕਾਰਨ ਰਾਜਿਆਂ ਦੇ ਮੂੰਹ ਬੰਦ ਹੋ ਜਾਣਗੇ। ਉਹ ਇੱਕ ਇਹੋ ਜਿਹੀ ਚੀਜ਼ ਦੇਖਣਗੇ ਅਤੇ ਸਮਝਣਗੇ ਜਿਸ ਨੂੰ ਉਹਨਾਂ ਨੇ ਪਹਿਲਾਂ ਕਦੀ ਨਾ ਦੇਖਿਆ ਸੀ ਅਤੇ ਜਿਸ ਦੇ ਬਾਰੇ ਉਹਨਾਂ ਨੇ ਨਾ ਪਹਿਲਾਂ ਸੁਣਿਆ ਸੀ। ਪ੍ਰਭੂ ਦੇ ਸ਼ਬਦ ਦੇ ਵਿੱਚੋਂ ਇਹ ਹਿੱਸਾ ਯਸਾਇਆ ਨਬੀ ਦੇ 52 ਚੈਪਟਰ ਦੇ ਵਿੱਚੋਂ ਲਿਆ ਗਿਆ। ਔਰ ਯਸਾਇਆ ਨਬੀ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਪੈਦਾ ਹੋਇਆ ਸੀ, ਪ੍ਰਭੂ ਨੇ ਇੱਕ ਦਰਸ਼ਨ ਦੇ ਰਾਹੀਂ ਇਹ ਸਾਰੀਆਂ ਚੀਜ਼ਾਂ ਉਸ ਨੂੰ ਵਿਖਾਈਆਂ। ਉਸਨੇ ਇਹ ਸਭ ਚੀਜ਼ਾਂ ਦੇਖੀਆਂ ਔਰ ਮਸੀਹ ਦਾ ਸਲੀਬੀ ਮੌਤ ਉਸਨੇ ਦੇਖੀ, ਮਸੀਹ ਦਾ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ ਉਸਨੇ ਦੇਖਿਆ। ਪਰ ਪ੍ਰਭੂ ਦੇ ਸ਼ਬਦ ਦੇ ਵਿੱਚ ਜੋ ਸਭ ਤੋਂ ਵੱਡੀ ਜੋ ਗਹਿਰਾਈ ਅਸੀਂ ਅੱਜ ਇਹ ਦੇਖਾਂਗੇ ਕਿ ਪ੍ਰਭੂ ਦਾ ਸ਼ੁਕਰ ਆ ਕਿ ਪ੍ਰਭੂ ਇਸ ਜਗਤ ਦੇ ਵਿੱਚ ਆਇਆ। ਉਹ ਕੁਆਰੀ ਤੋਂ ਪੈਦਾ ਹੋਇਆ। ਉਸਨੇ 33.5 ਸਾਲ ਜੀਵਨ ਸਾਡੇ ਵਿੱਚ ਬਿਤਾਇਆ। ਉਹ ਸਲੀਬੀ ਮੌਤ ਮਾਰਿਆ ਗਿਆ ਔਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਔਰ ਅੱਜ ਉਹ ਬਾਪ ਦੇ ਸੱਜੇ ਹੱਥ ਵਿਰਾਜਮਾਨ ਆ ਔਰ ਵਾਪਸ ਆਉਣ ਵਾਲਾ, ਤਾਂ ਕਿ ਸਾਰੇ ਜਗਤ ਦਾ ਹਿਸਾਬ ਕਰੇ। ਪਰਮੇਸ਼ਵਰ ਦੇ ਲਈ ਇਹ ਚੀਜ਼ਾਂ ਕਰਨੀਆਂ ਕੋਈ ਔਖੀਆਂ ਨਹੀਂ। ਪਰਮੇਸ਼ਵਰ ਦੇ ਲਈ ਇਹ ਸਭ ਚੀਜ਼ਾਂ ਕਰਨੀਆਂ ਬਹੁਤ ਸੌਖੀਆਂ, ਪਰ ਇਹਨਾਂ ਦੇ ਵਿੱਚ ਮੇਰੇ ਲਈ ਕੀ ਆ? ਜੇ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਵਿੱਚ ਮੇਰੇ ਲਈ ਕੀ ਆ? ਅਸੀਂ ਅੱਜ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ ਜਿੱਥੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਉਹਨਾਂ ਦੇ ਨੇਤਾ ਵੀ ਮੁਰਦਿਆਂ ਚੋਂ ਜੀ ਉੱਠੇ। ਅੱਜ ਹਿੰਦੁਸਤਾਨ ਦੇ ਵਿੱਚ ਇੱਕ ਆਦਮੀ ਨੂੰ ਉਹਨਾਂ ਨੇ ਕੋਲਡ ਸਟੋਰ ਦੇ ਵਿੱਚ ਰੱਖਿਆ ਆ ਔਰ ਉਹ ਕਹਿ ਰਹੇ ਆ ਕਿ ਇਹਨੇ ਵੀ ਮੁਰਦਿਆਂ ਚੋਂ ਜੀ ਉੱਠਣਾ। ਪਰ ਜੇ ਉਹ ਮੁਰਦਿਆਂ ਵਿੱਚੋਂ ਜੀ ਵੀ ਉੱਠੇ ਤਾਂ ਉਸ ਦੇ ਵਿੱਚ ਬਾਕੀ ਲੋਕਾਂ ਦੇ ਲਈ, ਬਾਕੀ ਅੱਜ ਮੇਰੇ ਲਈ ਕੀ ਆ? ਸਵਾਲ ਇਹ ਪੈਦਾ ਹੁੰਦਾ। ਜਿਸ ਲਈ ਅਸੀਂ ਪ੍ਰਭੂ ਦਾ ਸ਼ਬਦ ਪੜ੍ਹਦੇ ਹਾਂ, ਹਮੇਸ਼ਾ ਯਾਦ ਰੱਖੋ ਕਿ
ਹਰੇਕ ਬਾਗ ਦੇ ਨਾਲ ਸ਼ੈਤਾਨ ਨੇ ਇੱਕ ਸਬਜ਼ ਬਾਗ ਰੱਖਿਆ ਆ। ਜਿਸ ਤੋਂ ਕੋਈ ਵੀ ਧੋਖਾ ਖਾ ਸਕਦਾ। ਪ੍ਰਭੂ ਨੇ ਅਦਨ ਦਾ ਬਾਗ ਲਾ ਕੇ ਆਪਣੇ ਉਹਨਾਂ ਦੋ ਇਨਸਾਨਾਂ ਨੂੰ ਦਿੱਤਾ ਸੀ, ਆਦਮ ਔਰ ਹੱਵਾ ਨੂੰ, ਉੱਥੇ ਰਹਿਣ ਦੇ ਲਈ। ਔਰ ਉਹਨਾਂ ਨੂੰ ਕੰਮ ਵੀ ਦਿੱਤਾ ਕਿ ਤੁਸੀਂ ਇਸ ਦੀ ਦੇਖਭਾਲ ਕਰੋ, ਇਸ ਦਾ ਤੁਸੀਂ ਹਰ ਫਲ ਖਾ ਸਕਦੇ ਆ। ਇੱਕ ਫਲ ਤੇ ਉਸਨੇ ਮਨਾਹੀ ਲਾਈ, ਲੇਕਿਨ ਉਸ ਦੇ ਬਰਾਬਰ ਉਹਨਾਂ ਦੀ ਆਤਮਾ ਦਾ ਵੈਰੀ ਇੱਕ ਸਬਜ਼ ਬਾਗ ਲੈ ਕੇ ਆਇਆ ਕਿ ਜਦ ਤੁਸੀਂ ਇਸ ਦਾ ਫਲ ਖਾਓਗੇ ਤਾਂ ਤੁਸੀਂ ਪਰਮੇਸ਼ਰ ਦੇ ਬਰਾਬਰ ਹੋ ਜਾਓਗੇ। ਤੁਸੀਂ ਰਾਖੀ ਕਰਨ ਵਾਲੇ ਨਹੀਂ, ਬਲਕਿ ਬਾਗ ਬੀਜਣ ਵਾਲੇ ਬਣ ਜਾਓਗੇ। ਤੁਸੀਂ ਪਰਮੇਸ਼ਰ ਵਾਂਗ ਦੁਨੀਆਵਾਂ ਨੂੰ ਬਣਾਉਣ ਵਾਲੇ ਬਣ ਜਾਓਗੇ। ਜਿਸ ਤਰ੍ਹਾਂ ਪਰਮੇਸ਼ਰ ਨੇ ਦੁਨੀਆ ਸਾਜੀ, ਇੱਦਾਂ ਤੁਸੀਂ ਵੀ ਦੁਨੀਆ ਸਾਜੋਗੇ। ਸਬਜ਼ ਬਾਗ। ਹਵਾ ਸਾਡੀ ਮਾਂ, ਜਿਸ ਨੂੰ ਆਦਮ ਦੀ ਬੱਖੀ ਦੇ ਵਿੱਚੋਂ ਪ੍ਰਭੂ ਕੱਢ ਕੇ ਲੈ ਕੇ ਗਿਆ, ਜੋ ਸਵਰਗ ਦੇ ਵਿੱਚ ਪਰਮੇਸ਼ਰ ਦੇ ਨਾਲ ਪਲੀ ਆ, ਜੋ ਸਵਰਗ ਦੇ ਵਿੱਚ ਪਲੀ ਆ, ਸਬਜ਼ ਬਾਗ ਨੂੰ ਦੇਖ ਕੇ ਉਹ ਧੋਖਾ ਖਾ ਗਈ। ਇੰਨਾ ਧੋਖੇਬਾਜ਼ ਆ ਸਾਡੀ ਆਤਮਾ ਦਾ ਵੈਰੀ। ਸੋ ਅੱਜ ਸਾਨੂੰ ਵੀ ਇਹ ਸਬਜ਼ ਬਾਗ ਦਿਖਾਏ ਜਾ ਰਹੇ ਆ ਕਿ ਬਹੁਤ ਸਾਰੇ ਆ ਜਿਹੜੇ ਮੁਰਦਿਆਂ ਦੇ ਵਿੱਚੋਂ ਜੀਂਦੇ ਹੋ ਗਏ। ਔਰ ਅੱਜ ਇੱਕ ਹਿੰਦੁਸਤਾਨ ਦੇ ਵਿੱਚ ਬੈਠਾ ਜਿਹੜਾ ਮੁਰਦਿਆਂ ਦੇ ਵਿੱਚ, ਉਸ ਕੋਲਡ ਸਟੋਰ ਦੇ ਵਿੱਚ ਉਹਨੂੰ ਰੱਖਿਆ ਜਿਹਨੇ ਮੁਰਦਿਆਂ ਚੋਂ ਜੀਂਦੇ ਹੋਣਾ ਆ। ਪਰ ਉਸ ਦੇ ਵਿੱਚ ਮੇਰੇ ਲਈ ਕੀ ਆ? ਦੈਟਸ ਦ ਕੁਐਸਚਨ। ਅਗਰ ਮੇਰੇ ਲਈ ਕੁਛ ਵੀ ਹੈ ਨਹੀਂ, ਅਗਰ ਮੇਰੀ ਜਾਨ ਦੇ ਲਈ ਕੁਛ ਵੀ ਹੈ ਨਹੀਂ, ਤਾਂ ਉਸ ਦਾ ਮੈਨੂੰ ਕੀ ਫਾਇਦਾ? ਮੇਰੇ ਵੱਲੋਂ ਸਾਰੀ ਦੁਨੀਆ ਮੁਰਦਿਆਂ ਚੋਂ ਜੀਂਦੀ ਹੋ ਜਾਵੇ। ਪਰ ਮਸੀਹ ਦੀ ਮੌਤ ਦੇ ਵਿੱਚ ਔਰ ਮਸੀਹ ਦੀ ਮੁਰਦਿਆਂ ਚੋਂ ਜੀਂਦੇ ਹੋਣ ਦੇ ਵਿੱਚ ਮੇਰੇ ਲਈ ਕੁਛ ਹੈ। ਮੇਰੇ ਲਈ ਕੁਛ ਹੈ। ਸਭ ਤੋਂ ਪਹਿਲਾਂ ਆਓ ਪ੍ਰਭੂ ਦੇ ਸ਼ਬਦ ਦੇ ਵਿੱਚੋਂ ਇੱਕ ਹਿੱਸਾ ਦੇਖੀਏ। ਅਸੀਂ ਆਇਜ਼ਿਆ 53 ਨੂੰ ਅੱਜ ਸਵੇਰੇ ਪੜ੍ਹਿਆ ਸੀ। ਇਸ ਨੂੰ ਮੈਂ ਇੱਕ ਵਾਰੀ ਫੇਰ ਪੜ੍ਹੂੰਗਾ ਔਰ ਇਹਦੇ ਵਿੱਚ ਅਸੀਂ ਇੱਕ ਚੀਜ਼ ਦੇਖਾਂਗੇ ਕਿ ਸਭ ਤੋਂ ਪਹਿਲਾਂ ਉਸ ਮੌਤ ਵਿੱਚ ਕੀ ਸੀ ਸਾਡੇ ਲਈ, ਜਿਹੜੀ ਮੌਤ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਲਈ ਆ। ਔਰ ਮੇਰੇ ਨਾਲ ਇਸ ਸ਼ਬਦ ਦੇ ਵਿੱਚ ਸ਼ਬਦਾਂ ਦੇ ਉੱਤੇ ਧਿਆਨ ਦਿਓ ਕਿ ਜੋ ਸ਼ਬਦ ਲਿਖੇ ਗਏ ਆ ਉਹਨਾਂ ਦੇ ਉੱਤੇ ਧਿਆਨ ਦਿਓ। ਔਰ ਵਚਨ 'ਚ ਇਸ ਤਰ੍ਹਾਂ ਲਿਖਿਆ ਕਿ ਲੋਕਾਂ ਨੇ ਉੱਤਰ ਦਿੱਤਾ, ਕੌਣ ਸਾਡੇ ਇਸ ਪ੍ਰਚਾਰ ਦੇ ਉੱਤੇ ਵਿਸ਼ਵਾਸ ਕਰੇਗਾ? ਕੌਣ ਪ੍ਰਭੂ ਦੇ ਹੱਥ ਨੂੰ ਇਸ ਦੇ ਵਿੱਚ ਦੇਖ ਸਕਦਾ ਹੈ? ਪ੍ਰਭੂ ਦੀ ਇਹੋ ਹੀ ਇੱਛਾ ਸੀ ਕਿ ਉਸ ਦਾ ਦਾਸ ਪੌਦੇ ਦੀ ਤਰ੍ਹਾਂ ਵਧੇ, ਜਿਸ ਦੀਆਂ ਜੜ੍ਹਾਂ ਸੁੱਕੀ ਧਰਤੀ ਦੇ ਵਿੱਚ ਹੋਣ। ਉਸ ਦਾ ਨਾ ਕੋਈ ਰੂਪ ਸੀ ਅਤੇ ਨਾ ਹੀ ਸੁੰਦਰਤਾ, ਜਿਸ ਕਾਰਨ ਅਸੀਂ ਉਸ ਦੇ ਵੱਲ ਦੇਖੀਏ। ਉਸ ਦੇ ਵਿੱਚ ਕੋਈ ਖਿੱਚ ਨਹੀਂ ਸੀ ਕਿ ਅਸੀਂ ਉਸ ਦੇ ਕੋਲ ਜਾਈਏ। ਅਸੀਂ ਉਸ ਦੀ ਨਿੰਦਾ ਕੀਤੀ, ਅਸੀਂ ਉਸ ਦੀ ਨਿੰਦਾ ਕੀਤੀ ਅਤੇ ਉਸ ਨੂੰ ਰੱਦ ਦਿੱਤਾ। ਉਸ ਦੇ ਵੱਲ ਕਿਸੇ ਨੇ ਦੇਖਿਆ ਤੱਕ ਨਾ। ਅਸੀਂ ਉਸ ਦਾ ਕੋਈ ਮੁੱਲ ਨਾ ਪਾਇਆ। ਅਸੀਂ ਇਸ ਲਈ ਉਸ ਨੂੰ ਬੇਧਿਆਨ ਕਰ ਦਿੱਤਾ। ਸੱਚਮੁੱਚ ਉਸ ਨੇ ਸਾਡੇ ਗਮ ਲੈ ਲਏ ਅਤੇ ਸਾਡੀ ਥਾਂ ਦੁੱਖ ਸਹੇ, ਪਰ ਫਿਰ ਵੀ ਅਸੀਂ ਉਸ ਨੂੰ ਤੁੱਛ ਸਮਝਿਆ। ਔਰ ਅੱਜ ਦੀ ਇਸ ਹਿਸਟਰੀ ਦੇ ਵਿੱਚ ਇਹ ਚੀਜ਼ ਕਿੰਨੀ ਟਰੂ ਆ। ਅੱਜ ਦੇ ਇਸ ਇਤਿਹਾਸ ਦੇ ਵਿੱਚ, ਜਿਸ ਦੇ ਵਿੱਚ ਅਸੀਂ ਜੀ ਰਹੇ ਹਾਂ, ਇਹ ਗੱਲ ਕਿੰਨੀ ਸੱਚ ਆ ਕਿ ਉਸਨੇ ਸਾਡੇ ਗਮ ਲੈ ਲਏ। ਉਹ ਸਾਡੀਆਂ ਗਮਾਂ ਨੂੰ ਲੈ ਕੇ ਉਸ ਸਲੀਬ ਦੇ ਉੱਤੇ ਚੜ੍ਹ ਗਿਆ।
ਸਾਡਿਆਂ ਗਮਾਂ ਦੇ ਵਿੱਚ ਲਈ ਉਸਨੇ, ਸਾਡਿਆਂ ਦੁੱਖਾਂ ਦੇ ਲਈ ਉਸਨੇ ਉਹ ਮੌਤ ਸਹੀ। ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਉਸ ਨੂੰ ਤੁੱਛ ਸਮਝਿਆ, ਅਸੀਂ ਉਸ ਨੂੰ ਬੇਧਿਆਨ ਕਰ ਦਿੱਤਾ ਅਤੇ ਸਮਝਿਆ ਕਿ ਪਰਮੇਸ਼ਵਰ ਨੇ ਉਸ ਨੂੰ ਸਜ਼ਾ ਦਿੱਤੀ ਹੈ। ਉਹ ਸਾਡੇ ਪਾਪਾਂ ਦੇ ਕਾਰਨ ਜ਼ਖਮੀ ਹੋਇਆ ਅਤੇ ਸਾਡੇ ਅਪਰਾਧਾਂ ਦੀ ਮਾਰ ਉਸਨੇ ਖਾਧੀ। ਸਭ ਤੋਂ ਪਹਿਲਾਂ ਸ਼ਬਦਾਂ ਵੱਲ ਧਿਆਨ ਦਿਓ। ਇਟਸ ਅਬਾਊਟ sin and we are reading from Isaiah 53. ਅਸੀਂ ਜਿਹੜੇ ਵਚਨ ਦੇ ਹਿੱਸੇ ਪੜ੍ਹਦੇ ਪਏ ਹਾਂ, it is all for us. He did all for us. ਜੋ ਕੁਛ ਵੀ ਉਸਨੇ ਕੀਤਾ, whatever he did it for us. ਉਹ ਸਾਡੇ ਪਾਪਾਂ ਦੇ ਕਾਰਨ ਜ਼ਖਮੀ ਹੋਇਆ ਅਤੇ ਸਾਡੇ ਅਪਰਾਧਾਂ ਦੀ ਮਾਰ ਉਸਨੇ ਖਾਧੀ, ਪਰ ਉਹਦੇ ਸਜ਼ਾ ਸਹਿਣ ਕਾਰਨ ਅਸੀਂ ਚੰਗੇ ਕੀਤੇ ਗਏ ਅਤੇ ਉਸ ਦੀ ਮਾਰ ਖਾਣ ਦੇ ਨਾਲ ਅਸੀਂ ਨਰੋਏ ਕੀਤੇ ਗਏ। ਤੁਸੀਂ ਦੇਖਦੇ ਪਏ ਆ, ਇਹ ਤਾਂ ਹਾਲੇ ਤੱਕ ਅਸੀਂ ਉਸ ਦੀ ਮੌਤ ਵਿੱਚ ਦੇਖਦੇ ਪਏ ਆ। ਦਿਸ ਇਜ਼ ਆਲ ਇਨ ਹਿਜ਼ ਡੈਥ। ਹਾਲੇ ਤੱਕ ਉਸਦੇ ਮੁਰਦਿਆਂ ਦੇ ਜੀਣ ਵੱਲ ਤਾਂ ਅਸੀਂ ਵਧੇ ਵੀ ਨਹੀਂ। ਹਾਲੇ ਤੱਕ ਤਾਂ ਮੌਤ ਦੀ ਉਸ ਦੀ ਗੱਲ ਹੋ ਰਹੀ ਆ। ਔਰ ਇਹ ਕੁਛ ਪ੍ਰਭੂ ਯਿਸੂ ਮਸੀਹ ਦੀ ਮੌਤ ਦੇ ਵਿੱਚ ਛੁਪਿਆ ਆ। And there's no glory for him. ਇਸਦੇ ਵਿੱਚ ਉਸਦੀ ਆਪਣੀ ਕੋਈ ਗਲੋਰੀ ਨਹੀਂ। ਇਸ ਦੇ ਵਿੱਚ ਸਭ ਕੁਝ ਸਾਡੇ ਲਈ ਆ। ਸਭ ਕੁਝ ਮੇਰੇ ਲਈ ਆ। ਦੁਨੀਆ ਦੇ ਵਿੱਚ 6 ਬਿਲੀਅਨ ਬੰਦਾ ਆ ਇਸ ਵੇਲੇ ਜੀ ਰਿਹਾ, ਲੇਕਿਨ ਅਗਰ ਧਿਆਨ ਦੇ ਨਾਲ ਦੇਖੀਏ, ਅਗਰ 6 ਬਿਲੀਅਨ ਦਾ 6 ਬਿਲੀਅਨ ਵੀ ਆਪਣੇ ਆਪ ਨੂੰ ਸ਼ਹੀਦੀ ਦੀ ਮੌਤ ਦੇ ਦੇਵੇ ਤੇ ਸਾਡੇ ਵਿੱਚ ਇੱਕ ਨੂੰ ਆਹ ਚੀਜ਼ਾਂ ਨਹੀਂ ਮਿਲਣੀਆਂ। ਕੋਈ ਸਾਡੇ ਪਾਪਾਂ ਦਾ ਮੁੱਲ ਨਹੀਂ ਦੇ ਸਕਦਾ, ਕੋਈ ਕਿਸੇ ਦੇ ਦੁੱਖ ਲਈ ਨਹੀਂ ਮਰ ਸਕਦਾ, ਕੋਈ ਕਿਸੇ ਦੇ ਗਮ ਲਈ ਨਹੀਂ ਮਰ ਸਕਦਾ। ਅਗਰ ਕੋਈ ਮਰੇਗਾ ਵੀ ਤਾਂ ਹੋਰ ਗਮ ਪੈਦਾ ਕਰ ਦੇਗਾ। ਧਿਆਨ ਦੇ ਨਾਲ ਦੇਖੋ ਇਹਨਾਂ ਵਚਨਾਂ ਨੂੰ। ਇੱਥੋਂ ਪਤਾ ਲੱਗਦਾ ਮਸੀਹ ਦੀ ਮੌਤ। ਹਾਲੇ ਤੱਕ ਮੈਂ ਉਸ ਦੀ ਮੌਤ ਦੀ ਗੱਲ ਕਰਦਾ ਪਿਆ। ਅਸੀਂ ਹਾਲੇ ਰਲ ਕੇ ਉਸ ਦੇ ਮੌਤ ਦੇ ਵਚਨਾਂ ਨੂੰ ਦੇਖਦੇ ਪਏ ਹਾਂ। ਔਰ ਦੇਖੋ ਵਚਨ ਦੇ ਵਿੱਚ ਕੀ ਲਿਖਿਆ, ਅਸੀਂ ਸਭ ਭੇਡਾਂ ਦੇ ਵਾਂਗ ਗੁਆਚ ਗਏ ਸਾਂ। ਵਰਸ 6, ਅਸੀਂ ਸਭ ਦੇ ਸਭ ਭੇਡਾਂ ਦੇ ਵਾਂਗ ਗੁਆਚ ਗਏ ਸਾਂ, ਸਾਡੇ ਵਿੱਚੋਂ ਹਰ ਇੱਕ ਨੇ ਆਪਣਾ ਰਾਹ ਲਿਆ, ਪਰ ਪ੍ਰਭੂ ਨੇ ਉਸ ਨੂੰ ਸਜ਼ਾ ਦਿੱਤੀ, ਉਹ ਸਜ਼ਾ ਜੋ ਸਾਨੂੰ ਸਹਿਣੀ ਪੈਣੀ ਸੀ। Again, there is something for us. ਉਹਦੇ ਵਿੱਚ ਵੀ ਕੁਛ ਨਾ ਕੁਛ ਸਾਡੇ ਲਈ ਆ। There's something for me. ਉਹ ਸਤਾਇਆ ਅਤੇ ਦੁਖੀ ਕੀਤਾ ਗਿਆ, ਪਰ ਉਸਨੇ ਆਪਣੇ ਮੂੰਹੋਂ ਇੱਕ ਸ਼ਬਦ ਵੀ ਨਾ ਕੱਢਿਆ। ਜਿਸ ਤਰ੍ਹਾਂ ਲੀਲਾ ਵੱਢੇ ਜਾਣ ਦੇ ਸਮੇਂ ਚੁੱਪ ਰਹਿੰਦਾ ਹੈ ਅਤੇ ਭੇਡ ਉੱਨ ਕਤਰਨ ਦੇ ਸਮੇਂ ਮੂੰਹ ਬੰਦ ਰੱਖਦੀ ਹੈ, ਉਸਨੇ ਵੀ ਆਪਣਾ ਮੂੰਹ ਬੰਦ ਰੱਖਿਆ। ਉਸਨੇ ਉਸ ਉੱਤੇ ਅਤਿਆਚਾਰ ਹੋਇਆ, ਉਸ ਨੂੰ ਮੌਤ ਦੀ ਸਜ਼ਾ ਦੇ ਕੇ ਲੈ ਜਾਇਆ ਗਿਆ, ਪਰ ਕਿਸੇ ਨੇ ਵੀ ਨਾ ਸੋਚਿਆ ਤੇ ਧਿਆਨ ਦਿੱਤਾ ਕਿ ਉਹ ਸਾਡੇ ਲੋਕਾਂ ਦੇ ਪਾਪਾਂ ਦੀ ਸਜ਼ਾ ਭੋਗ ਰਿਹਾ ਹੈ। ਪਾਪਾਂ ਦੀ ਸਜ਼ਾ ਭੋਗ ਰਿਹਾ ਹੈ। ਅੱਜ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਜੀ ਉਹ ਵੀ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਉਹਨਾਂ ਵਿੱਚੋਂ ਕਿੰਨੇ ਸਾਡੇ ਪਾਪਾਂ ਦੀ ਸਜ਼ਾ ਦੇ ਲਈ ਮਰੇ ਆ। ਕਿੰਨੇ ਸਾਡੀਆਂ ਗਮਾਂ ਦੇ ਲਈ ਮਰੇ ਆ। ਕਿੰਨਿਆਂ ਨੇ ਸਾਡੀਆਂ ਗਮਾਂ ਦੇ ਲਈ, ਕਿੰਨਿਆਂ ਨੇ ਮੇਰੀ ਇਨਿਕੁਇਟੀਜ਼ ਸੀਗੀਆਂ, ਜਿਹੜਾ ਮੇਰਾ ਪਾਪ ਸੀ, ਕਿੰਨਿਆਂ ਨੇ ਮੇਰੀ ਪਾਪਾਂ ਦੀ ਕੀਮਤ ਦਿੱਤੀ ਆ।
ਵਚਨ ਦੇਖੋ, ਉਹ ਦੁਸ਼ਟ ਦੀ ਕਬਰ ਦੇ ਵਿੱਚ ਉਸ ਦੀ ਕਬਰ ਦੁਸ਼ਟਾਂ ਦੇ ਨਾਲ ਰੱਖੀ ਗਈ, ਉਹ ਅਮੀਰ ਦੀ ਕਬਰ ਦੇ ਵਿੱਚ ਦਫਨਾਇਆ ਗਿਆ, ਪਰ ਉਸਨੇ ਨਾ ਤਾਂ ਕੋਈ ਅਪਰਾਧ ਕੀਤਾ ਸੀ, ਨਾ ਹੀ ਝੂਠ ਬੋਲਿਆ ਸੀ। ਵਰਸ 10, 10ਵੀਂ ਆਇਤ, ਪ੍ਰਭੂ ਕਹਿੰਦਾ ਹੈ ਮੇਰੀ ਇਹੋ ਹੀ ਇੱਛਾ ਸੀ ਕਿ ਉਹ ਦੁੱਖ ਸਹੇ। ਉਸ ਦੀ ਮੌਤ ਪਾਪਾਂ ਤੋਂ ਮਾਫੀ ਦੇ ਲਈ ਕੀ ਸੀ? ਬਲੀ ਸੀ। Christ was not a martyr. He was a sacrifice. ਪ੍ਰਭੂ ਯਿਸੂ ਮਸੀਹ ਕੋਈ ਸ਼ਹੀਦ ਨਹੀਂ ਸੀਗਾ। ਸ਼ਹੀਦ ਕਿਸੇ ਕੌਜ਼ ਦੇ ਲਈ ਸ਼ਹੀਦ ਹੁੰਦਾ ਆ, ਸ਼ਹੀਦ ਕਿਸੇ ਧਰਮ ਦੇ ਲਈ ਸ਼ਹੀਦ ਹੁੰਦਾ ਆ, ਦੇਸ਼ ਦੇ ਲਈ ਸ਼ਹੀਦ ਹੁੰਦਾ। Martyrs have a different causes. A martyr cannot be a sacrifice. Christ was a sacrifice. ਜਿਹੜਾ ਸ਼ਹੀਦ ਹੁੰਦਾ ਉਸ ਦੇ ਮਰਨ ਦੇ ਕਾਰਨ ਹੋਰ ਹੁੰਦੇ ਆ, ਪਰ ਜਿਹੜਾ ਸੈਕਰੀਫਾਈਸ ਹੁੰਦਾ, ਜਿਹੜੀ ਬਲੀ ਹੁੰਦੀ ਆ, ਬਲੀ ਦਾ ਇੱਕੋ ਹੀ ਕਾਰਨ ਹੁੰਦਾ, ਬਲੀ ਪਾਪੀ ਨੂੰ ਪਰਮੇਸ਼ਵਰ ਦੀ ਨਜ਼ਦੀਕੀ ਦੇ ਵਿੱਚ ਲੈ ਕੇ ਆਉਂਦੀ ਆ। ਸੈਕਰੀਫਾਈਸ ਆਲਵੇਜ਼ ਬ੍ਰਿੰਗ ਅ ਸਿਨਰ ਕਲੋਜ਼ ਟੂ ਗॉड। Martyrdom is always for a cause. Christ was not a martyr. He was a sacrifice. ਮਸੀਹ ਇੱਕ ਬਲੀ ਸੀ। ਬਲੀ ਹਮੇਸ਼ਾ ਪਾਪੀ ਨੂੰ ਪਰਮੇਸ਼ਵਰ ਦੀ ਨਜ਼ਦੀਕੀ ਵਿੱਚ ਲੈ ਕੇ ਆਉਂਦੀ ਹੈ। ਔਰ ਇਹ ਜਿਹੜਾ ਸ਼ਬਦ ਆ, ਇਹ ਸਾਨੂੰ ਇਹ ਦੱਸਦਾ ਪਿਆ ਕਿ ਉਹ ਇੱਕ, ਪ੍ਰਭੂ ਕਹਿੰਦਾ ਉਹ ਇੱਕ ਬਲੀ ਸੀ, ਪਾਪਾਂ ਦੇ ਲਈ ਬਲੀ ਸੀ। There's only one wall between me and God, and that's my sins. ਇੱਕੋ ਹੀ ਕੰਧ ਆ ਮੇਰੇ ਵਿੱਚ ਔਰ ਮੇਰੇ ਪਰਮੇਸ਼ਵਰ ਦੇ ਵਿੱਚ, ਇੱਕੋ ਹੀ ਪਰਦਾ ਆ, ਔਰ ਉਹ ਹੈ ਮੇਰੇ ਪਾਪਾਂ ਦਾ ਪਰਦਾ। ਪਰਦਾ ਉਧਰਲੇ ਪਾਸਿਓਂ ਨਹੀਂ, ਉਧਰਲੇ ਪਾਸਿਓਂ ਪਰਦਾ ਫੜ ਚੁੱਕਾ ਆ। ਜਿਹੜਾ ਅੱਜ ਪਰਦਾ ਉਹ ਇਧਰਲੇ ਪਾਸਿਓਂ, ਮੇਰੇ ਪਾਸਿਓਂ, ਉਹ ਮੇਰੇ ਪਾਪ ਦਾ, ਮੇਰੇ ਅਹਮ ਦਾ ਪਰਦਾ ਆ। 12 ਚੇਲਿਆਂ ਦੇ ਵਿੱਚੋਂ ਇੱਕ ਚੇਲਾ ਸੀ ਜਿਹੜਾ ਕਹਿੰਦਾ ਸੀ ਮੈਨੂੰ ਬਹੁਤ ਜ਼ਿਆਦਾ ਪਤਾ, ਫਾਹਾ ਲੈ ਕੇ ਮਰ ਗਿਆ ਸੀ ਉਹ। ਅਹਿਮ ਦਾ ਪਰਦਾ। 3.5 ਸਾਲ ਮਸੀਹ ਦੇ ਨਾਲ ਰਹਿ ਕੇ ਵੀ ਉਹਨੂੰ ਨਹੀਂ ਪਹਿਚਾਣ ਸਕਿਆ ਕਿ ਕੌਣ। ਮੈਂ ਦਾ ਪਰਦਾ। ਵਚਨ ਦੇ ਵਿੱਚ ਉਹ ਦੱਸਦਾ ਪਿਆ, ਉਸ ਦੀ ਮੌਤ ਪਾਪਾਂ ਤੋਂ ਮਾਫੀ ਦੇ ਲਈ ਬਲੀ ਸੀ। ਉਹ ਆਪਣਾ ਵੰਸ਼ ਦੇਖੇਗਾ। ਹੁਣ ਅੱਜ ਦੇ ਦਿਨ ਦੇ ਲਈ ਵਰਸਾਂ ਸ਼ੁਰੂ ਹੋਈਆਂ। ਉਹ ਆਪਣਾ ਵੰਸ਼ ਦੇਖੇਗਾ, ਉਹ ਲੰਬੀ ਉਮਰ ਭੋਗੇਗਾ, ਉਸ ਦੇ ਦੁਆਰਾ ਮੇਰਾ ਉਦੇਸ਼ ਪੂਰਾ ਹੋਵੇਗਾ। ਤਿੰਨਾਂ ਆਇਤਾਂ, ਇਹ 3 ਆਇਤਾਂ ਦੇ ਵਿੱਚ ਬਹੁਤ ਕੁਝ ਛੁਪਿਆ ਆ। ਉਹ ਆਪਣਾ ਵੰਸ਼ ਦੇਖੇਗਾ। ਔਰ ਜਿਸ ਵੇਲੇ ਅਸੀਂ ਪ੍ਰਭੂ ਦਾ ਇਹ ਵਚਨ ਦੇਖਦੇ ਹਾਂ ਕਿ he will see his offspring. And who is his offspring? ਕੌਣ ਉਸ ਦਾ ਵੰਸ਼? We are his offspring. See, there's a purpose in Christ's life, there's a purpose in Christ's death, and there's a purpose in Christ's resurrection. ਮਸੀਹ ਦੀ ਜ਼ਿੰਦਗੀ, ਮਸੀਹ ਦੀ ਮੌਤ, ਮਸੀਹ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਵਿੱਚ ਕਾਰਨ ਆ। There's a benefit in it, and the benefit is for us. It's not for his glory, only his glory. ਉਹ ਸਿਰਫ ਪ੍ਰਭੂ ਯਿਸੂ ਦੀ ਮਹਿਮਾ ਵਾਸਤੇ ਨਹੀਂ,
ਸਾਡੇ ਵਾਸਤੇ, ਪਾਪੀਆਂ ਵਾਸਤੇ ਇਹਦੇ ਵਿੱਚ ਕੁਛ ਹੈ। ਉਹ ਆਪਣਾ ਵੰਸ਼ ਦੇਖੇਗਾ, ਉਹ ਲੰਬੀ ਉਮਰ ਭੋਗੇਗਾ, ਉਸ ਦੇ ਦੁਆਰਾ ਮੇਰਾ ਉਦੇਸ਼ ਪੂਰਾ ਹੋਏਗਾ। ਪਰ ਦੁੱਖ ਭੋਗਣ ਦੇ ਪਿੱਛੋਂ ਉਸ ਨੂੰ ਫਿਰ ਆਨੰਦ ਮਿਲੇਗਾ ਅਤੇ ਉਹ ਜਾਣ ਜਾਵੇਗਾ ਕਿ ਉਸਨੇ ਵਿਅਰਥ ਦੁੱਖ ਨਹੀਂ ਭੋਗਿਆ ਹੈ। ਮੇਰਾ ਭਲਾ ਦਾਸ ਜਿਸ ਤੋਂ ਮੈਂ ਖੁਸ਼ ਹਾਂ, ਉਸ ਦੇ ਅਣਗਿਣਤ ਲੋਕਾਂ ਦੀ ਥਾਂ ਸਜ਼ਾ ਭੋਗੇਗਾ ਅਤੇ ਉਸ ਦੇ ਕਾਰਨ ਮੈਂ ਉਹਨਾਂ ਨੂੰ ਮਾਫ ਕਰਾਂਗਾ। ਹੁਣ ਉਹ ਉਦੇਸ਼ ਦੀ ਗੱਲ ਖੁੱਲ੍ਹਣੀ ਸ਼ੁਰੂ ਹੋ ਗਈ ਕਿ ਮੈਂ ਹੁਣ ਕੀ ਕਰਾਂਗਾ। ਉਸ ਦੇ ਕਾਰਨ ਮੈਂ ਉਹਨਾਂ ਦੇ ਪਾਪਾਂ ਨੂੰ ਮਾਫ ਕਰਾਂਗਾ। ਇਸ ਲਈ ਮੈਂ ਉਸ ਨੂੰ ਇੱਕ ਆਦਰ ਵਾਲੀ ਥਾਂ ਸ਼ਕਤੀਸ਼ਾਲੀ ਅਤੇ ਆਦਰ ਵਾਲੇ ਮਨੁੱਖਾਂ ਦੇ ਵਿੱਚ ਦੇਵਾਂਗਾ। ਉਸਨੇ ਖੁਸ਼ੀ-ਖੁਸ਼ੀ ਆਪਣੀ ਜਾਨ ਦਿੱਤੀ ਅਤੇ ਦੁਸ਼ਟਾਂ ਦੇ ਜੀਵਨ ਦਾ ਭਾਗੀ ਬਣਿਆ। ਉਸਨੇ ਅਣਗਿਣਤ ਪਾਪੀਆਂ ਦੀ ਥਾਂ ਲਈ ਅਤੇ ਉਹਨਾਂ ਦੀ ਮਾਫੀ ਪ੍ਰਾਪਤੀ ਦੇ ਲਈ ਪ੍ਰਾਰਥਨਾ ਕੀਤੀ। ਅਸੀਂ ਹੁਣੇ ਹੀ ਡੈਨੀਅਲ ਦੇ ਵਿੱਚੋਂ ਪੜ੍ਹ ਕੇ ਹਟੇ ਹਾਂ, ਜਿਸ ਦੇ ਵਿੱਚ ਡੈਨੀਅਲ ਦੇ 7ਵਾਂ ਭਾਵ, ਇਫ ਯੂ ਹੈਵ ਅ ਬਾਈਬਲਸ, Daniel chapter 7 and verse 13 ਅਸੀਂ ਅੱਜ ਇਹ ਹਿੱਸਾ ਪੜ੍ਹਿਆ, ਲੇਕਿਨ ਆਓ ਇਸ ਨੂੰ ਇੱਕ ਵਾਰੀ ਫੇਰ ਦੇਖੀਏ। ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ, ਜਰਮਾਇਆ, ਇਜ਼ਕੀਏਲ, ਡੈਨੀਅਲ chapter 7 is worth looking। ਔਰ ਉਸ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਉਹ ਜਗ੍ਹਾ ਦੇਖਦੇ ਹਾਂ ਜਿਸ ਜਗ੍ਹਾ ਤੇ ਉਸ ਨੂੰ ਬਿਠਾਇਆ ਗਿਆ। ਡੈਨੀਅਲ chapter 7 verse 13। ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ 1329 ਪੰਨਾ, ਔਰ ਇਸ ਨੂੰ ਦੇਖੋ। ਕਹਿੰਦਾ, ਰਾਤ ਦੇ ਇਸ ਦਰਸ਼ਨ ਦੇ ਵਿੱਚ ਇੱਕ ਮਨੁੱਖ ਦੇ ਵਰਗਾ ਇੱਕ ਪ੍ਰਾਣੀ ਦੇਖਿਆ। ਉਸ ਨੂੰ ਬੱਦਲਾਂ ਨੇ ਘੇਰਿਆ ਹੋਇਆ ਸੀ ਅਤੇ ਉਹ ਮੇਰੀ ਵੱਲ ਆ ਰਿਹਾ ਸੀ। ਤਦ ਉਹ ਅਨੰਤ ਜਿਉਂਦੇ ਮਨੁੱਖ ਦੇ ਵੱਲ ਗਿਆ, ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੂੰ ਸ਼ਕਤੀ, ਆਦਰ ਅਤੇ ਸ਼ਾਹੀ ਅਧਿਕਾਰ ਦਿੱਤੇ ਗਏ ਅਤੇ ਤਾਂ ਕਿ ਜੋ ਸਭ ਕੌਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਦੀ ਸੇਵਾ ਕਰਨ। ਉਸ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਹੋਵੇਗਾ ਅਤੇ ਉਸ ਦਾ ਰਾਜ ਹਮੇਸ਼ਾ ਤੱਕ ਕਾਇਮ ਰਹੇਗਾ। ਇਹ ਹੈ ਭੇਤ ਉਸ ਦੀ ਮੁਰਦਿਆਂ ਵਿੱਚੋਂ ਜੀ ਉੱਠਣ ਦਾ। ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦਾ ਇੱਕ ਮਕਸਦ ਹੈ। ਦੇयर इज अ purpose behind it, why he is resurrected. It is not to just to show his power that I'm resurrected. It's not that. There's a purpose behind it. There's a purpose for us. ਜਿਸ ਦਿਨ ਪ੍ਰਭੂ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਆਓ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਪੂਰਾ ਹੁੰਦਾ ਦੇਖਾਂਗੇ। ਜਿਸ ਦਿਨ ਪ੍ਰਭੂ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਅਸੀਂ ਜੋ ਕੁਝ ਪੜ੍ਹ ਕੇ ਹਟੇ ਹਾਂ, ਤੁਸੀਂ ਦੇਖੋਗੇ ਕਿਸ ਤਰ੍ਹਾਂ ਹੁਣ ਇੱਕ ਦੇ ਨਾਲ ਦੂਜੀ ਚੀਜ਼ ਮੈਚ ਕਰਦੇ ਆ। The day he was resurrected, the portion we read was 700 years before Christ. Now we are going to read the portion the day he was resurrected. And you will see how it's match. ਕਿੱਦਾਂ ਇਹ ਸਾਰੇ ਕਾਰਨ, ਸਾਰੇ causes ਮਿਲਦੇ ਪਏ ਆ। ਔਰ ਵਚਨ ਦੇ ਵਿੱਚ ਲਿਖਿਆ ਕਿ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ਦੇ ਉੱਤੇ ਗਈ ਅਤੇ ਦੇਖਦੀ ਹੈ ਕਿ ਕਬਰ ਦੇ ਮੂੰਹ ਤੋਂ ਪੱਥਰ ਹਟਿਆ ਹੋਇਆ ਹੈ। ਇਸ ਲਈ ਉਹ ਦੌੜਦੀ ਹੋਈ ਸ਼ਮਾਉਨ, ਪਤਰਸ ਅਤੇ ਦੂਜੇ ਚੇਲਿਆਂ ਦੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਅਤੇ ਉਹ ਪਹਿਲਾ ਦਿਨ ਸੀ। ਅਸੀਂ ਯੂਹੰਨਾ ਦੇ 20ਵੇਂ ਭਾਵ ਤੋਂ ਪੜ੍ਹਦੇ ਪਏ ਹਾਂ। ਅਤੇ ਉਹਨਾਂ ਨੂੰ ਦੱਸਿਆ ਕਿ ਪ੍ਰਭੂ ਨੂੰ ਕਬਰ ਦੇ ਵਿੱਚੋਂ ਲੈ ਗਏ ਹਨ, ਪਤਾ ਨਹੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ। ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਇਆ ਅਤੇ ਕਬਰ ਦੇ ਵੱਲ ਗਏ। ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ, ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹੁੰਚ ਗਿਆ। ਉਸ ਵੇਲੇ ਕਬਰ ਦੇ ਮੂੰਹ ਦੇ ਵਿੱਚ ਝੁੱਕ ਕੇ ਅੰਦਰ ਕਫਨ ਪਿਆ ਹੋਇਆ ਦੇਖਿਆ, ਪਰ ਅੰਦਰ ਨਾ ਗਿਆ। ਉਸਨੇ ਪਿੱਛੋਂ ਸ਼ਮਾਉਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ ਅਤੇ ਉਸਨੇ ਕਫਨ ਨੂੰ ਉੱਥੇ ਪਿਆ ਦੇਖਿਆ ਅਤੇ ਉਸਨੇ ਪਰਨੇ ਨੂੰ ਵੀ ਜਿਹੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਹੋਇਆ ਸੀ, ਪਰ ਉਹ ਕਫਨ ਦੇ ਨਾਲ ਨਹੀਂ ਸੀ। ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਸੀ ਅਤੇ ਵੱਖਰਾ ਸਿਰਹਾਣੇ ਦੇ ਵੱਲ ਪਿਆ ਹੋਇਆ ਸੀ।
ਫਿਰ ਉਸ ਦੇ ਵੇਲੇ ਦੂਜਾ ਚੇਲਾ ਵੀ, ਜਿਹੜਾ ਕਬਰ ਦੇ ਉੱਤੇ ਪਹਿਲਾਂ ਆਇਆ ਸੀ, ਅੰਦਰ ਗਿਆ ਅਤੇ ਦੇਖਿਆ ਅਤੇ ਵਿਸ਼ਵਾਸ ਕੀਤਾ, ਕਿਉਂਕਿ ਉਹ ਉਸ ਸਮੇਂ ਤੱਕ ਧਰਮ ਦੀ ਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ ਕਿ ਯਿਸੂ ਦਾ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ। ਫਿਰ ਉਹ ਦੋਵੇਂ ਚੇਲੇ ਵਾਪਸ ਘਰ ਚਲੇ ਗਏ, ਪਰ ਮਰੀਅਮ ਉੱਥੇ ਖਲੋਤੀ ਰੋਂਦੀ ਰਹੀ। ਰੋਂਦਿਆਂ ਹੀ ਉਸਨੇ ਕਬਰ ਦੇ ਵਿੱਚ ਝਾਤੀ ਮਾਰੀ ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਦੇ ਵਿੱਚ, ਜਿੱਥੇ ਉਹ ਯਿਸੂ ਦੀ ਲਾਸ਼ ਸੀ, ਬੈਠੇ ਦੇਖਿਆ। ਇੱਕ ਨੂੰ ਸਿਰ ਵਾਲੇ ਪਾਸੇ, ਦੂਜੇ ਨੂੰ ਪੈਰਾਂ ਵੱਲ। ਸਵਰਗਦੂਤਾਂ ਨੇ ਮਰੀਅਮ ਨੂੰ ਕਿਹਾ, ਬੀਬੀ ਤੂੰ ਕਿਉਂ ਰੋਂਦੀ ਹੈ? ਉਸਨੇ ਉੱਤਰ ਦਿੱਤਾ, ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਪਤਾ ਨਹੀਂ ਹੈ ਕਿ ਪ੍ਰਭੂ ਨੂੰ ਕਿੱਥੇ ਰੱਖਿਆ ਹੈ। ਇਹ ਕਹਿ ਕੇ ਉਹ ਪਿੱਛੇ ਮੁੜੀ ਤੇ ਯਿਸੂ ਨੂੰ ਖਲੋਤੇ ਦੇਖਿਆ, ਪਰ ਉਹ ਜਾਣਦੀ ਨਹੀਂ ਸੀ ਕਿ ਇਹ ਯਿਸੂ ਹੈ। ਯਿਸੂ ਨੇ ਉਸ ਨੂੰ ਕਿਹਾ, ਬੀਬੀ ਤੂੰ ਕਿਉਂ ਰੋਂਦੀ ਹੈ? ਤੂੰ ਕਿਸ ਨੂੰ ਲੱਭ ਰਹੀ ਹੈ? ਪਰ ਮਰੀਅਮ ਨੇ ਉਸ ਨੂੰ ਮਾਲੀ ਸਮਝਦੇ ਹੋਏ ਕਿਹਾ, ਸ਼੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤਾਂ ਮੈਨੂੰ ਦੱਸੋ ਕਿ ਮੈਂ ਉਹਨਾਂ ਨੂੰ ਕਿੱਥੇ ਰੱਖਿਆ ਹੈ, ਮੈਂ ਉਹਨਾਂ ਨੂੰ ਲੈ ਜਾਵਾਂਗੀ। ਯਿਸੂ ਨੇ ਉਸ ਨੂੰ ਕਿਹਾ, ਮਰੀਅਮ। ਇਹ ਸੁਣ ਕੇ ਉਹ ਮੁੜੀ ਅਤੇ ਇੱਕਦਮ ਇਬਰਾਨੀ ਦੇ ਵਿੱਚ ਬੋਲ ਉੱਠੀ, ਰਬੂਨੀ, ਜਿਸ ਦਾ ਅਰਥ ਹੈ ਹੇ ਗੁਰੂ। ਯਿਸੂ ਨੇ ਉਸ ਨੂੰ ਕਿਹਾ, ਤੂੰ ਮੈਨੂੰ ਅਜੇ ਨਾ ਰੋਕ, ਮੈਂ ਅਜੇ ਉਤਾਂ ਪਿਤਾ ਦੇ ਕੋਲ ਨਹੀਂ ਗਿਆ, ਪਰ ਤੂੰ ਮੇਰੇ ਭਰਾਵਾਂ ਦੇ ਕੋਲ ਜਾ ਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਸ ਦੇ ਕੋਲ ਉਤਾਂ ਜਾ ਰਿਹਾ ਹਾਂ, ਜੋ ਮੇਰਾ ਪਿਤਾ ਅਤੇ ਤੁਹਾਡਾ ਪਿਤਾ, ਮੇਰਾ ਪਰਮੇਸ਼ਰ ਅਤੇ ਤੁਹਾਡਾ ਪਰਮੇਸ਼ਰ ਹੈ। ਇਸ ਲਈ ਮਰੀਅਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ ਕਿ ਮੈਂ ਪ੍ਰਭੂ ਨੂੰ ਦੇਖਿਆ ਹੈ, ਅਤੇ ਨਾਲੇ ਉਹਨਾਂ ਨੂੰ ਪ੍ਰਭੂ ਦਾ ਸੰਦੇਸ਼ ਵੀ ਦਿੱਤਾ। ਤੁਸੀਂ ਦੇਖਦੇ ਪਏ ਪ੍ਰਭੂ ਦੇ ਵਚਨ ਦੇ ਵਿੱਚ ਕਿਸ ਤਰ੍ਹਾਂ ਸਧਾਰਨ ਲੋਕ ਆ ਜਿਹੜੇ ਪ੍ਰਭੂ ਦੇ ਇਸ ਵੱਡੇ ਦਿਨ ਨੂੰ ਦੇਖ ਰਹੇ ਆ, ਜਿਹੜੇ ਇਸ ਮਹਾਨ ਦਿਨ ਨੂੰ ਦੇਖਦੇ ਪਏ ਆ। ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਹਾਡਾ ਪਿਤਾ ਔਰ ਜਿਹੜਾ ਮੇਰਾ ਪਿਤਾ ਆ, ਜਿਹੜਾ ਤੁਹਾਡਾ ਬਾਪ ਵੀ ਆ। ਸੋ ਉਸ ਦੇ ਰੈਜ਼ਰੈਕਸ਼ਨ ਦੇ ਵਿੱਚ ਪਰਮੇਸ਼ਵਰ, ਜਿਸ ਨੂੰ ਅਸੀਂ ਪਰਮੇਸ਼ਵਰ ਕਹਿੰਦੇ ਸੀ, ਅੱਜ ਉਹ ਸਾਡਾ ਬਾਪ ਆ। ਐਤਵਾਰ ਨੂੰ ਤਰਕਾਲਾਂ ਦੇ ਵੇਲੇ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਬੰਦ ਕਰੀ ਇੱਕ ਥਾਂ ਇਕੱਠੇ ਹੋਏ ਸਨ, ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜੇ ਹੋ ਗਏ ਅਤੇ ਉਹਨਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ। ਇਹ ਕਹਿ ਕੇ ਉਹਨਾਂ ਚੇਲਿਆਂ ਨੂੰ ਆਪਣੇ ਹੱਥ ਅਤੇ ਬੱਖੀ ਦਿਖਾਈ। ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਫਿਰ ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਵੀ ਤੁਹਾਨੂੰ ਘੱਲਦਾ ਹਾਂ। Now, here's the purpose, chapter 20. ਜਿਸ ਵੇਲੇ ਅਸੀਂ ਪੜ੍ਹਦੇ 20ਵਾਂ ਚੈਪਟਰ ਪੜ੍ਹਦੇ ਹਾਂ, verse 21. Here's the first purpose. The way the Father has sent me, I am sending you. I'm sending you with the same authority. ਇਹ ਪ੍ਰਭੂ ਯਿਸੂ ਮਸੀਹ ਦੇ ਰੈਜ਼ਰੈਕਸ਼ਨ ਦੇ ਵਿੱਚ ਇਹ ਰਾਜ ਆ, ਇਹ ਵੱਡੀ ਚੀਜ਼ ਆ। ਇਹ ਨਹੀਂ ਕਿ ਉਹ ਵੀ ਮੁਰਦਿਆਂ ਚੋਂ ਜੀ ਉੱਠਿਆ। ਕਾਰਨ ਕੀ ਆ? ਮਕਸਦ ਕੀ ਆ? ਮੇਰੇ ਲਈ ਕੀ ਆ? ਇਹ ਸਵਾਲ ਆ। ਅੱਗੇ ਦੇਖੋ, ਮੈਂ ਵੀ ਤੁਹਾਨੂੰ ਘੱਲਦਾ ਹਾਂ। ਇਹ ਕਹਿ ਚੁੱਕਣ ਦੇ ਪਿੱਛੋਂ ਯਿਸੂ ਨੇ ਉਹਨਾਂ ਉੱਤੇ ਸਵਾਸ ਫੂਕਿਆ ਅਤੇ ਕਿਹਾ, ਪਵਿੱਤਰ ਆਤਮਾ ਲਓ, ਪਵਿੱਤਰ ਆਤਮਾ ਲਓ। ਦੂਸਰੀ ਚੀਜ਼ ਤੁਸੀਂ ਦੇਖਦੇ ਪਏ ਆ, ਇਸੇ ਰੈਜ਼ਰੈਕਸ਼ਨ ਦੇ ਵਿੱਚ ਦੂਸਰੀ ਚੀਜ਼ ਸਾਡੇ ਲਈ ਕੀ ਆ? There's a Holy Spirit in it for us. There's a work. There's a purpose for us. There's a Holy Spirit in it for us. It's the same breath. ਇਹ ਉਹੀ ਸਾਹ ਆ ਜਿਸ ਵੇਲੇ ਅਦਨ ਦੇ ਬਾਗ ਦੇ ਵਿੱਚ ਪ੍ਰਭੂ ਨੇ ਮਿੱਟੀ ਦੀ ਲੋਲੋ ਬਣਾਈ ਸੀਗੀ। When he created a man from the dirt, and he put breath in his mouth, and he was a living being. ਉਹ ਜਿਉਂਦਾ ਪ੍ਰਾਣੀ ਬਣ ਗਿਆ। ਉਸਨੇ ਮਿੱਟੀ ਤੋਂ ਮਨੁੱਖ ਨੂੰ ਰਚਿਆ ਅਤੇ ਉਸ ਦੇ ਵਿੱਚ ਸਾਹ ਫੂਕਿਆ। ਉਹ ਜਿਉਂਦਾ ਪ੍ਰਾਣੀ ਬਣ ਗਿਆ।
ਉਹੀ ਸਾਹ ਆ। ਉਹਨਾਂ ਦੇ ਉੱਤੇ ਸਾਹ ਫੂਕਿਆ ਅਤੇ ਕਿਹਾ ਪਵਿੱਤਰ ਆਤਮਾ ਲਓ। ਅਗਲੀ ਚੀਜ਼ ਦੇਖੋ, ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹ ਪਾਪ ਮਾਫ ਹੋ ਜਾਣਗੇ, ਅਤੇ ਜੇ ਤੁਸੀਂ ਪਾਪ ਮਾਫ ਨਹੀਂ ਕਰੋਗੇ ਤਾਂ ਉਹ ਪਾਪ ਮਾਫ ਨਹੀਂ ਕੀਤੇ ਜਾਣਗੇ। ਆਈ ਨੋ ਅਸੀਂ ਅੱਗੇ ਲੱਭਦੇ ਪਏ ਵੀ ਅੱਗੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ। Now that's where I want to stop. ਅੱਜ ਸਾਡੀ ਭੈਣ ਨੇ ਕਿਹਾ ਸੀਗਾ ਕਿ ਪ੍ਰਭੂ ਸਾਡੀਆਂ ਜੰਜੀਰਾਂ ਨੂੰ ਤੋੜੇ। We are in chains. ਅਸੀਂ ਇਸ ਦੁਨੀਆ ਦੇ ਵਿੱਚ ਅਣਦੇਖੀਆਂ ਇਨਵਿਜ਼ੀਬਲ ਚੇਨਸ ਦੇ ਵਿੱਚ ਅਣਦੇਖੀਆਂ ਜੰਜੀਰਾਂ ਪਾ ਕੇ ਤੁਰੇ ਫਿਰਦੇ ਹਾਂ। ਸੰਤ ਅਗਸਟਨ ਨੇ ਇੱਕ ਚੀਜ਼ ਕਹੀ ਸੀਗੀ ਕਿ ਜਿਸ ਵੇਲੇ ਵੀ ਮੈਂ ਕਿਸੇ ਨੂੰ ਮਾਫ ਕੀਤਾ, ਮੈਂ ਸੋਚਿਆ ਕਿ ਮੈਂ ਉਸ ਨੂੰ ਆਜ਼ਾਦ ਕਰ ਦਿੱਤਾ, ਪਰ ਜਦ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਜੇਲ੍ਹ ਦੇ ਵਿੱਚ ਮੈਂ ਸੀ। He said, whenever, that's what the Saint Augustine said, whenever I forgave somebody, I thought I released that person from a prison. But when I looked back, I was in prison. ਜਿਹੜਾ ਸਭ ਤੋਂ ਪਹਿਲਾ ਜਿਹੜਾ ਪਰਪਸ ਪ੍ਰਭੂ ਨੇ ਸਾਨੂੰ ਦਿੱਤਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਘੱਲਿਆ ਤੁਸੀਂ ਜਾਓ। ਔਰ ਜਿਸ ਤਰ੍ਹਾਂ ਮੇਰੇ ਤੇ ਉਹਨਾਂ ਨੇ ਹਰ ਇੱਕ ਤਰ੍ਹਾਂ ਦਾ ਤਸ਼ੱਦਦ ਕੀਤਾ, ਮੇਰੇ ਤੇ ਉਹਨਾਂ ਨੇ ਹਰ ਇੱਕ ਤਰ੍ਹਾਂ ਦਾ ਕੁਕਰਮ ਕੀਤਾ, ਲੇਕਿਨ ਉਸ ਸਲੀਬ ਦੇ ਉੱਤੇ ਅਖੀਰਲੇ ਵੇਲੇ ਜਿਹੜੇ ਮੇਰੇ ਮੂੰਹ 'ਚ ਸ਼ਬਦ ਨਿਕਲੇ ਉਹ ਇਹੋ ਹੀ ਨਿਕਲੇ ਕਿ ਐ ਬਾਪ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ ਪਏ ਆ। ਇਸ ਤਰ੍ਹਾਂ ਤੁਸੀਂ ਵੀ ਆਪਣੇ ਦਿਲ ਦੇ ਵਿੱਚ ਭੜਾਸ ਲੈ ਕੇ ਨਾ ਤੁਰੇ ਫਿਰਿਓ। ਮਸੀਹ ਦਾ ਆਨੰਦ ਇਨਸਾਨ ਦੀ ਜ਼ਿੰਦਗੀ 'ਚ ਉਦੋਂ ਤੱਕ ਨਹੀਂ ਆਉਂਦਾ, ਮਸੀਹ ਦੀ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੀ ਖੁਸ਼ੀ ਇਨਸਾਨ ਦੇ ਉਨੀ ਦੇਰ ਤੱਕ ਨਹੀਂ ਆਉਂਦੀ ਜਿੰਨੀ ਦੇਰ ਤੱਕ ਉਹ ਆਪਣੇ ਅੰਦਰ ਗੰਢਾਂ ਤੇ ਗੁਥਲੀਆਂ ਲੈ ਕੇ ਤੁਰਿਆ ਫਿਰੇ। ਜਿੰਨੀ ਦੇਰ ਤੱਕ ਉਹ ਆਪਣੇ ਅੰਦਰ ਉਹ ਰੰਜਿਸ਼ ਜਿਹੀ ਲੈ ਕੇ ਤੁਰਿਆ ਫਿਰੇ ਦੂਸਰੇ ਇਨਸਾਨਾਂ ਦੇ ਲਈ। ਚਰਚ ਅਗਰ ਨੁਕਸਾਨ ਹੋਇਆ, ਕਿਸੇ ਨੇ ਨੁਕਸਾਨ ਕਰ ਵੀ ਦਿੱਤਾ, ਤੇ ਜੇ ਅਗਰ ਮੈਂ ਉਸ ਚੀਜ਼ ਨੂੰ ਆਪਣੇ ਦਿਲ ਦੇ ਵਿੱਚ ਲੈ ਕੇ ਤੁਰਿਆ ਫਿਰਦਾ ਰਵਾਂ ਤੇ ਉਹ ਮੇਰਾ ਨੁਕਸਾਨ ਕਦੀ ਪੂਰਾ ਹੋ ਜਾਏਗਾ? ਅਗਰ ਕਿਸੇ ਨੇ ਮੈਨੂੰ ਦੁੱਖ ਦਿੱਤਾ ਤੇ ਮੈਂ ਉਸ ਨੂੰ ਆਪਣੇ ਅੰਦਰ ਗੰਢ ਬੰਨ੍ਹ ਕੇ ਲੈ ਕੇ ਤੁਰਿਆ ਫਿਰਾਂ ਤੇ ਕੀ ਮੈਂ ਉਹ ਗੰਢ ਦੇ ਨਾਲ ਉਸ ਬੰਦੇ ਦਾ ਕੁਝ ਬੁਰਾ ਕਰ ਸਕੂੰਗਾ? ਕਿਸੇ ਦਾ ਨੁਕਸਾਨ ਨਹੀਂ ਹੁੰਦਾ। ਸੇਂਟ ਅਗਸਟਨ ਦੇ ਕਹਿਣ ਦੇ ਮਨੂ ਜੇਲ੍ਹ ਦੇ ਵਿੱਚ ਅਸੀਂ ਆਪ ਹੀ ਬੈਠੇ ਹੋ, ਕਬਰ ਦੇ ਵਿੱਚ ਅਸੀਂ ਆਪ ਬੈਠੇ ਹੋ। ਕਿਸ ਕਬਰ ਦੇ ਵਿੱਚ ਤੁਸੀਂ ਅੱਜ ਬੈਠੇ ਹੋ? ਮਸੀਹ ਦੀ ਖਾਲੀ ਕਬਰ ਦੇ ਵਿੱਚ ਖਾਲੀ ਕਬਰ ਨਹੀਂ, ਇੱਕ ਖਾਲੀ ਕਬਰ ਨਹੀਂ, ਖਾਲੀ ਕਬਰਾਂ ਆ। ਵਚਨ ਦੱਸਦਾ ਕਿ ਜਿਸ ਦਿਨ ਉਸਨੇ ਆਪਣਾ ਸਵਾਸ ਛੱਡਿਆ ਔਰ ਕਿਹਾ ਐ ਬਾਪ ਤੇਰੇ ਹੱਥਾਂ ਦੇ ਵਿੱਚ ਮੈਂ ਆਪਣਾ ਆਤਮਾ ਦਿੰਨਾ, ਉਸ ਵੇਲੇ ਪੱਥਰ ਤਿੜਕ ਗਏ, ਚਟਾਨਾਂ ਫਟ ਗਈਆਂ, ਕਬਰਾਂ ਖੁੱਲ ਗਈਆਂ ਔਰ ਬਹੁਤ ਸਾਰੇ ਪ੍ਰਭੂ ਦੇ ਭਗਤ ਉਹਨਾਂ ਦੇ ਵਿੱਚੋਂ ਲੋਕਾਂ ਨੇ ਬਾਹਰ ਆਉਂਦੇ ਦੇਖੇ ਔਰ ਸ਼ਹਿਰ ਦੇ ਵਿੱਚ ਘੁੰਮਦੇ ਦੇਖੇ। ਕਿਸ ਬੰਦ ਕਬਰ ਦੇ ਵਿੱਚ ਅਸੀਂ ਬੈਠੇ ਹਾਂ?
ਮਸੀਹ ਮੁਰਦਿਆਂ 'ਚੋਂ ਇਸ ਕਰਕੇ ਜੀਂਦਾ ਨਹੀਂ ਹੋਇਆ ਕਿ ਉਹ ਆਪਣੀ ਸਿਰਫ ਤਾਕਤ ਦਿਖਾਏ ਕਿ ਜੀ ਮੈਂ ਮੁਰਦਿਆਂ ਦੇ ਵਿੱਚੋਂ ਜੀ ਉੱਠ ਸਕਦਾ। ਮੁਰਦਿਆਂ ਦੇ ਵਿੱਚੋਂ ਤਾਂ ਮਸੀਹ ਤੋਂ ਪਹਿਲਾਂ ਬਹੁਤ ਜੀਂਦੇ ਹੋਏ ਆ। ਵਚਨ ਪੜ੍ਹ ਕੇ ਦੇਖ ਲਾ, ਪੁਰਾਣੇ ਨਿਯਮ ਦੇ ਵਿੱਚ ਬਹੁਤ ਸਾਰੇ ਲੋਕ ਮੁਰਦਿਆਂ 'ਚੋਂ ਜੀਂਦੇ ਹੋਏ ਆ। ਮਸੀਹ ਨੇ ਬਹੁਤ ਸਾਰੇ ਮੁਰਦਿਆਂ 'ਚੋਂ ਜੀਂਦੇ ਕੀਤੇ ਆ। ਲਾਜ਼ਰ ਬਾਹਰ ਆ ਜਾ, ਲਾਜ਼ਰ ਬਾਹਰ ਆ ਗਿਆ, ਉਹ ਵੀ ਤਾਂ ਮੁਰਦਿਆਂ 'ਚੋਂ ਜੀਂਦਾ ਹੋਇਆ ਸੀ। ਪਰ ਇਹਦੇ ਵਿੱਚ ਕੀ ਫਰਕ ਆ? ਅਸੀਂ ਮੁੜ ਕੇ ਲਾਜ਼ਰ ਬਾਰੇ ਪੜ੍ਹਦੇ ਹੀ ਨਹੀਂ। ਲਾਜ਼ਰ ਕਿੱਥੇ ਗਿਆ? ਏਲੀਆ ਜੀਂਦਾ ਹੀ ਉਠਾ ਲਿਆ ਗਿਆ ਸੀ, ਕੁਛ ਨਹੀਂ ਜੀ ਏਲੀਆ ਬਾਰੇ ਪੜ੍ਹਦੇ। ਉਸ ਤੋਂ ਬਾਅਦ ਕਿੱਥੇ ਗਿਆ? ਮੂਸਾ ਦੀ ਲੋਥ ਨਹੀਂ ਸਾਨੂੰ ਲੱਭੀ। ਪਰ ਇਸ ਮੁਰਦਿਆਂ ਦੇ ਵਿੱਚੋਂ ਜੀਂਦ ਹੋਣ ਦੇ ਲਈ ਸਾਡੇ ਲਈ ਕੁਛ ਹੈ। ਔਰ ਜਿਹੜੀ ਸਭ ਤੋਂ ਪਹਿਲੀ ਚੀਜ਼ ਤੁਸੀਂ ਪ੍ਰਭੂ ਦੇ ਘਰ ਦੇ ਵਿੱਚੋਂ ਅੱਜ ਲੈ ਕੇ ਜਾ ਸਕਦੇ ਆ, ਆਪਣੀਆਂ ਬੱਝੀਆਂ ਜੰਜੀਰਾਂ ਇੱਥੇ ਛੱਡ ਜਾਓ। ਉਹ ਜੰਜੀਰਾਂ ਦਾ ਢੇਰ ਇੱਥੇ ਸੁੱਟ ਦਿਓ। ਕਿਸੇ ਨੇ ਗਰਬੇਜ ਨਹੀਂ ਚੁੱਕਣਾ। ਕ੍ਰਾਈਸਟ ਇਜ਼ ਦਾ ਓਨਲੀ ਵਨ ਹੂ ਟੇਕ ਕੇਅਰ ਆਫ ਆਵਰ ਗਰਬੇਜ, ਨੋਬਡੀ ਐਲਸ। Everybody is saying just keep your garbage outside and then come to the holy place. Christ is the only one who said, come as you are, and I will take care of you. He is the only one. ਸਭ ਕਹਿੰਦੇ ਆਪਣੀ ਗੰਦਗੀ ਬਾਹਰ ਰੱਖ ਕੇ ਆ। ਪਵਿੱਤਰ ਜਗ੍ਹਾ ਤੇ ਆ ਰਿਹਾ, ਧਿਆਨ ਦੇ ਨਾਲ ਆਈ, ਪਵਿੱਤਰਤਾ ਰੱਖ ਕੇ ਆਈ। ਮਸੀਹ ਕਹਿੰਦਾ ਜਿਹੜਾ ਤੇਰਾ ਗਰਬੇਜ ਨਾਲ ਲੈ ਕੇ ਆ। ਕਿਉਂ? ਕਿਉਂਕਿ ਮੈਂ ਉਹਦੇ ਲਈ ਜਾਨ ਦਿੱਤੀ ਆ। ਮੈਂ ਤੈਨੂੰ ਧੋਊਂਗਾ, ਮੈਂ ਤੈਨੂੰ ਸਾਫ਼ ਕਰੂੰਗਾ। I will resurrect you. ਕ੍ਰਾਈਸਟ ਨੇ ਸਾਨੂੰ ਇਸ ਕਰਕੇ ਨਹੀਂ ਸੱਦਿਆ ਕਿ ਅਸੀਂ ਮਰਨ ਤੋਂ ਬਾਅਦ ਰੈਜ਼ਰੈਕਟ ਹੋਈਏ। ਅਸੀਂ ਉਸ ਦਿਨ ਦੀ ਇੰਤਜ਼ਾਰ ਕਰੀਏ ਜਦੋਂ ਰੈਵਲੇਸ਼ਨ ਦਾ ਸਮਾਂ ਆਏਗਾ, then we will be resurrected. No, Christ has called us today to be resurrected. Live a resurrected life in Him. But what kind of grave we are living in? Grave is inside. ਕਿੱਦਾਂ ਦੀ ਕਬਰ ਦੇ ਵਿੱਚ ਅਸੀਂ ਜੀਂਦੇ ਪਏ ਹਾਂ, ਕਿਹੜੀ ਰੰਜਿਸ਼ ਦੇ ਵਿੱਚ ਜੀਂਦੇ ਪਏ ਹਾਂ। ਉਹ ਕਹਿੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿਣਾ, ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹ ਪਾਪ ਮਾਫ ਹੋ ਜਾਣਗੇ। ਅਗਰ ਨਹੀਂ ਕਰੋਗੇ ਤਾਂ ਉਹ ਪਾਪ ਮਾਫ ਨਹੀਂ ਕੀਤੇ ਜਾਣਗੇ। ਜਿਸ ਲਈ ਦੁਆ ਕਰਨੀ ਸਾਨੂੰ ਸਿਖਾਈ ਸੀ, ਉਹ ਕਹਿੰਦਾ ਜੇ ਤੁਸੀਂ ਕਿਸੇ ਦੇ ਪਾਪ ਮਾਫ ਨਹੀਂ ਕਰੋਗੇ ਤਾਂ ਤੁਹਾਡੇ ਪਾਪ ਨਹੀਂ ਮਾਫ ਕੀਤੇ ਜਾਣਗੇ। ਅਗਰ ਤੁਸੀਂ ਪਾਪ ਮਾਫ ਕਰੋਗੇ ਤਾਂ ਤੁਹਾਡੇ ਪਾਪ ਵੀ ਮਾਫ ਕੀਤੇ ਜਾਣਗੇ। ਸਵਾਲ ਮੇਰਾ ਇਹ ਆ, ਮੈਂ ਕਿਸੇ ਦੇ ਪਾਪਾਂ ਨੂੰ ਮਾਫ ਕਰਾਂ ਜਾਂ ਨਾ ਕਰਾਂ, ਇਹਦਾ ਸਵਾਲ ਨਹੀਂ। ਮੈਨੂੰ ਇੰਨਾ ਪਤਾ ਕਿ ਜੇ ਮੈਂ ਨਹੀਂ ਕਰੂੰਗਾ ਤਾਂ ਮੈਂ ਆਪਣਾ ਭਾਰ ਆਪਣੇ ਮੋਢਿਆਂ ਤੇ ਲੈ ਕੇ ਤੁਰਿਆ ਫਿਰੂੰਗਾ। I will be in grave. ਮੈਂ ਕਬਰ ਦੇ ਵਿੱਚ ਬੈਠਾ ਹੋਊਂਗਾ। It is not that Christ is resurrected today. There's a resurrection in it for us. Do you want to be resurrected today? That's the question. There is no question about it that Christ was resurrected. From the first century, they were preaching the resurrected Christ. There is no doubt in it. ਇਸ ਚੀਜ਼ ਦੇ ਵਿੱਚ ਕੋਈ ਐਸਾ ਡਾਊਟ ਨਹੀਂ ਹੈਗਾ। ਇਸ ਚੀਜ਼ ਵਿੱਚ ਕੋਈ ਐਸੀ ਚੀਜ਼ ਨਹੀਂ ਹੈਗੀ ਕਿ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਕਿ ਨਹੀਂ। ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਪ੍ਰਚਾਰ ਤਾਂ ਉਹ ਪਹਿਲੀ ਸਦੀ ਤੋਂ ਕਰਦੇ ਆ ਰਹੇ ਆ, ਪਹਿਲੇ ਦਿਨ ਤੋਂ ਕਰਦੇ ਆ ਰਹੇ ਆ। ਮਸੀਹ ਦੇ ਲੋਕ, ਮਸੀਹ ਦੇ ਪਿੱਛੇ ਚੱਲਣ ਵਾਲੇ ਤਾਂ ਜਾਣੇ ਹੀ ਇਸ ਚੀਜ਼ ਦੇ ਕਰਕੇ ਜਾਂਦੇ ਸੀਗੇ ਕਿ ਇਹ ਉਹ ਲੋਕ ਆ ਜਿਹੜੇ ਆਪਣੇ ਨੇਤਾ ਦਾ ਪ੍ਰਚਾਰ ਕਰਦੇ ਜਿਹੜਾ ਮੁਰਦਿਆਂ ਚੋਂ ਜੀ ਉੱਠਿਆ।
ਤਾਂ ਜਾਣਾ ਹੀ ਇਸ ਚੀਜ਼ ਦੇ ਕਰਕੇ ਜਾਂਦੇ ਸੀਗੇ। ਸਵਾਲ ਇਹ ਆ ਕਿ ਕੀ ਅਸੀਂ ਅੱਜ ਆਪਣੀ ਕਬਰ ਤੋਂ ਮੁਰਜੀ ਉੱਠਣਾ ਮੰਗਦੇ ਕਿ ਆਪਣੀ ਕਬਰ ਨੂੰ ਲੈ ਕੇ ਤੁਰੇ ਫਿਰਨਾ ਮੰਗਦੇ ਹਾਂ? ਦੈਟਸ ਦ ਕੁਐਸਚਨ। ਐਂਡ ਦ ਆਨਸਰ ਇਜ਼ ਵਨ। ਐ ਬਾਪ, ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ ਆ। ਤੁਹਾਨੂੰ ਉਹਨਾਂ ਬੰਦਿਆਂ ਦੇ ਨਾਮ ਪਤਾ ਜਿਨ੍ਹਾਂ ਦਾ ਪਾਪ ਤੁਸੀਂ ਆਪਣੀ ਜ਼ਿੰਦਗੀ 'ਚ ਲੈ ਕੇ ਤੁਰੇ ਫਿਰਦੇ ਪਏ ਆ। ਰੰਜਿਸ਼ ਜਿਹੜੀ ਤੁਸੀਂ ਆਪਣੀ ਜ਼ਿੰਦਗੀ 'ਚ ਲੈ ਕੇ ਤੁਰੇ ਫਿਰਦੇ ਆ। You know who to forgive. ਤੁਸੀਂ ਜਾਣਦੇ ਆ ਕਿਹਨੂੰ ਮਾਫ ਕਰਨਾ ਹੈ। If you want to live again, resurrected today, forgive those people. Your Father in heaven will forgive you and forgive them. ਕਿਉਂਕਿ ਸਾਡੀ ਜ਼ਿੰਦਗੀ ਦਾ ਇਹੋ ਹੀ ਮਕਸਦ ਆ। If you do not know Jesus, today is the day to know the resurrected Christ who gave us a resurrected life, who's resurrected for us. ਇੱਕ ਆਇਤ ਮੈਂ ਤੁਹਾਨੂੰ ਅਖੀਰ ਦੇ ਵਿੱਚ ਦਿਖਾਉਣਾ ਮੰਗਦਾ। ਲਾਸਟ ਪੇਜ ਇਫ ਯੂ ਇਨ ਯੋਰ ਹੈਂਡ ਆਊਟਸ। What is the Christ doing today? ਪ੍ਰਭੂ ਯਿਸੂ ਅੱਜ ਕੀ ਕਰਦਾ ਪਿਆ? ਵਚਨ ਦੇ ਵਿੱਚ ਇਹ ਲਿਖਿਆ ਕਿ ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅਸੀਂ ਕੀ ਕਹੀਏ? ਇਹ ਕਿ ਜੇਕਰ ਪਰਮੇਸ਼ਵਰ ਸਾਡੀ ਵੱਲ ਹੈ ਤਾਂ ਫਿਰ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ? ਇੱਥੋਂ ਤੱਕ ਕਿ ਉਸਨੇ ਆਪਣੇ ਪੁੱਤਰ ਦਾ ਵੀ ਪਿੱਛੇ ਨਾ ਛੱਡਿਆ, ਸਗੋਂ ਸਾਡੇ ਸਾਰਿਆਂ ਦੇ ਲਈ ਉਸ ਨੂੰ ਬਲੀ ਚੜਾ ਦਿੱਤਾ। ਉਹ ਸ਼ਬਦ ਮੁੜ ਕੇ ਫੇਰ ਆਉਂਦੇ ਪਏ ਆ, ਉਸ ਨੂੰ ਬਲੀ ਚੜਾ ਦਿੱਤਾ ਤਾਂ ਕਿ ਉਹ ਇਸ ਦੇ ਨਾਲ ਬਾਕੀ ਸਭ ਕੁਝ ਸਾਨੂੰ ਮੁਫਤ ਵਿੱਚ ਨਹੀਂ ਦੇਵੇਗਾ। ਪਰਮੇਸ਼ਰ ਦੇ ਚੁਣਿਆ ਹੋਇਆਂ ਤੇ ਕੌਣ ਦੋਸ਼ ਲਾ ਸਕਦਾ ਹੈ? ਪਰਮੇਸ਼ਰ ਆਪ ਉਹਨਾਂ ਨੂੰ ਨਿਰਦੋਸ਼ੀ ਠਹਿਰਾਉਂਦਾ ਹੈ। ਸੋ ਉਹਨਾਂ ਉੱਤੇ ਕੌਣ ਦੋਸ਼ ਲਾ ਸਕਦਾ ਹੈ? ਇਹ ਯਿਸੂ ਮਸੀਹ ਹਨ ਜੋ ਮਰ ਗਏ, ਇੰਨਾ ਹੀ ਨਹੀਂ ਸਗੋਂ ਜਿੰਦਾ ਵੀ ਕੀਤੇ ਗਏ ਅਤੇ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹਨ। ਹੁਣ ਸਾਡੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਨ। ਸੋ ਮਸੀਹ ਦੇ ਪਿਆਰ ਤੋਂ ਸਾਨੂੰ ਕੌਣ ਵੱਖਰਾ ਕਰ ਸਕਦਾ ਹੈ? ਕੌਣ ਵੱਖਰਾ ਕਰ ਸਕਦਾ ਹੈ? ਯਾਦ ਰੱਖੋ, ਹੁਣ ਇਸ ਵੇਲੇ ਜਿਸ ਵੇਲੇ ਤੁਸੀਂ ਦੁਆ ਕਰੋਗੇ ਤਾਂ ਤੁਸੀਂ ਇਕੱਲੇ ਨਹੀਂ ਹੋਵੋਗੇ, ਮਸੀਹ ਸਾਡੇ ਨਾਲ ਹੋਏਗਾ। ਸੋ ਆਓ ਚੁੱਪਚਾਪ ਪ੍ਰਭੂ ਦੀ ਹਜ਼ੂਰੀ 'ਚ ਖੜੇ ਹੋਈਏ ਔਰ ਆਪਣੀਆਂ ਜੰਜੀਰਾਂ ਨੂੰ ਪ੍ਰਭੂ ਦੇ ਪੈਰਾਂ ਦੇ ਵਿੱਚ ਰੱਖੀਏ ਔਰ ਉਸ ਨੂੰ ਕਹੀਏ ਕਿ ਪ੍ਰਭੂ ਤੂੰ ਇਹਨਾਂ ਜੰਜੀਰਾਂ ਨੂੰ ਲੈ ਲਾ, ਇਹਨਾਂ ਨੂੰ ਤੋੜ ਦੇ ਤਾਂ ਕਿ ਮੈਂ ਇੱਕ ਆਜ਼ਾਦ ਜ਼ਿੰਦਗੀ ਜੀ ਸਕਾਂ। ਪ੍ਰਭੂ ਜਿਉਂਦਾ ਇਸ ਕਰਕੇ ਹੋਇਆ ਕਿ ਉਹ ਸਾਨੂੰ ਜਿਉਂਦਾ ਕਰੇ। He lives again so we can live. He's resurrected to resurrect us, to live a life which is light. So give your burdens to Christ. And He is here. And He will take your burden. ਪ੍ਰਭੂ ਯਿਸੂ ਮਸੀਹ ਇਸ ਕਰਕੇ ਆਇਆ, ਇਸ ਕਰਕੇ ਮੁਰਦਿਆਂ ਵਿੱਚੋਂ ਜਿੰਦਾ ਹੋਇਆ ਕਿ ਉਹ ਸਾਨੂੰ ਜਿਉਂਦਾ ਕਰੇ ਔਰ ਅਸੀਂ ਇੱਕ ਜਿਉਂਦੀ ਜ਼ਿੰਦਗੀ ਜੀਏ। ਖੁਦਾਵੰਦ, ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਆ ਜਿਨ੍ਹਾਂ ਨੂੰ ਅਸੀਂ ਮਾਫ ਕਰਨਾ।
ਔਰ ਉਸ ਮਾਫੀ ਦੇ ਵਿੱਚ ਸਾਡੇ ਲਈ ਜ਼ਿੰਦਗੀ ਆ। ਪ੍ਰਭੂ ਜੀ, ਇਹ ਕੋਈ ਕਮਾਂਡ ਨਹੀਂ ਕਿ ਮੈਂ ਕਦੀ ਕਿਸੇ ਨੂੰ ਮਾਫ ਨਹੀਂ ਕੀਤਾ, ਕਿਉਂਕਿ ਇਸ ਕਮਾਂਡ ਦੇ ਨਾਲ ਮੈਂ ਆਪ ਸਦਾ ਕਬਰ ਦੇ ਵਿੱਚ ਜਿਉਂਦਾ। ਸੋ ਮੇਰੇ ਉਸ ਕਮਾਂਡ ਨੂੰ ਤੋੜ ਔਰ ਉਸ ਜੰਜੀਰ ਨੂੰ ਕੱਟ, ਤਾਂ ਕਿ ਮੈਂ ਤੇਰੇ ਉਸ ਆਰਾਮ ਦੀ ਜ਼ਿੰਦਗੀ ਦੇ ਵਿੱਚ ਜੀ ਸਕਾਂ ਜਿਸ ਦੇ ਲਈ ਤੂੰ ਕਿਹਾ ਹੈ, ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਮੇਰੇ ਬਹੁਤ ਸਾਰੇ ਭੈਣ ਭਰਾ ਇਹ ਬੋਝ ਲੈ ਕੇ ਇਸ ਜ਼ਿੰਦਗੀ ਦੇ ਵਿੱਚ ਚੱਲ ਰਹੇ ਆ ਪ੍ਰਭੂ ਜੀ, ਪਰ ਤੂੰ ਸਾਨੂੰ ਚੁਣਿਆ ਕਿ ਅਸੀਂ ਮਾਫ ਕਰੀਏ ਔਰ ਅਸੀਂ ਮਾਫੀ ਵਾਲੇ ਲੋਕ ਜਾਣੇ ਜਾਈਏ। ਆਪਣੇ ਬੱਚਿਆਂ ਨੂੰ ਉਹ ਲੋਕ ਦਿਖਾ ਜਿਨ੍ਹਾਂ ਨੂੰ ਇਹਨਾਂ ਨੇ ਮਾਫ ਕਰਨਾ। ਤਾਂ ਕਿ ਇਹਨਾਂ ਦੀ ਜ਼ਿੰਦਗੀ ਆਜ਼ਾਦ ਹੋਏ ਔਰ ਤੇਰੇ ਘਰ 'ਚੋਂ ਇੱਕ ਜਿਉਂਦੀ ਜ਼ਿੰਦਗੀ ਇਹ ਲੈ ਕੇ ਜਾਣ। Thank you, Father. Thank you, Lord. ਸੱਚਮੁੱਚ ਇਹ ਈਸਟਰ ਦਾ ਦਿਨ ਪ੍ਰਭੂ ਜੀ ਸਾਡੇ ਲਈ ਮੁਬਾਰਕ ਹੋਏ ਔਰ ਜਿਉਂਦਾ ਹੋਏ। ਪ੍ਰਭੂ ਜੀ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਤੇਰੀਆਂ ਬਰਕਤਾਂ ਦੇ ਲਈ, ਇਸ ਸਮੇਂ ਦੇ ਲਈ ਜੋ ਗਰਭ 'ਚ ਤੇਰੇ ਬੱਚਿਆਂ ਨੇ ਤੇਰੇ ਚਰਨਾਂ ਦੇ ਵਿੱਚ ਰੱਖਿਆ। ਪ੍ਰਭੂ ਜੀ, ਤੂੰ ਉਸ ਨੂੰ ਬਲੀ ਦੇ ਤੌਰ 'ਤੇ ਸਵੀਕਾਰ ਕਰ ਔਰ ਆਪਣੇ ਬੱਚਿਆਂ ਨੂੰ ਆਜ਼ਾਦ ਕਰ। ਇਹ ਕੁਰਬਾਨੀ ਪ੍ਰਭੂ ਜੀ ਇਹਨਾਂ ਨੂੰ ਤੇਰੇ ਕਰੀਬ ਲੈ ਕੇ ਆਏ। ਕੁਰਬਾਨੀ ਹਮੇਸ਼ਾ ਕਰੀਬੀ ਬਖਸ਼ਦੀ ਆ। ਤੇਰੇ ਕਰੀਬ ਲੈ ਕੇ ਆਏ ਔਰ ਇਹ ਤੇਰੀ ਨਜ਼ਦੀਕੀ ਦੇ ਵਿੱਚ ਹੋਰ ਵਧਣ। ਇਹ ਦਿਨ ਬਰਕਤ ਵਾਲਾ ਹੋਏ। ਇਹ ਅਸੀਂ ਬਾਪ, ਬੇਟੇ ਔਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਮੰਗਦੇ ਹਾਂ ਔਰ ਸਾਰੀ ਸੰਗਤ ਕਹੇ ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ। ਪਿਆਰੇ ਬਾਪ, ਤੇਰਾ ਸਾਥ ਬੇਟੇ ਦੀ ਨਿਗਾਹਬਾਨੀ ਔਰ ਉਸ ਦਾ ਸਾਥ ਪਵਿੱਤਰ ਆਤਮਾ ਦੀ ਨਿਗਾਹਬਾਨੀ ਔਰ ਉਸ ਦੀ ਭਰਪੂਰੀ ਤੇਰੇ ਘਰ 'ਚੋਂ ਸਾਡੇ ਨਾਲ ਨਾਲ ਜਾਏ। ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹ ਮੰਗਦੇ ਹਾਂ, ਜੋ ਸਾਡੇ ਲਈ ਸਾਡੀਆਂ ਦੁਆਵਾਂ ਨੂੰ ਸੁਣਦਾ ਔਰ ਸਾਡੇ ਲਈ ਦੁਆ ਕਰਦਾ। ਯਿਸੂ ਦੇ ਨਾਮ ਦੇ ਵਿੱਚ ਆਮੀਨ।